ਚੈਨਲ ਪੰਜਾਬੀ ਤੋਂ ਅਲਬਰਟਾ ਵੀਕਲੀ ਪ੍ਰੋਗਰਾਮ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਐਡਮਿੰਟਨ ਸ਼ਹਿਰ ਦੇ ਮੇਅਰ ਸਰ ਅਮਰਜੀਤ ਸਿੰਘ ਸੋਹੀ ਹੋਰੀ ਸ਼ਾਮਲ ਹੋ ਰਹੇ ਨੇ। ਉਹਨਾਂ ਨੂੰ ਆਲਮੋਸਟ 5 ਮਹੀਨੇ ਹੋ ਗਏ ਨੇ ਮੇਅਰ ਬਣਿਆ ਸ਼ਹਿਰ ਦੇ, ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਜਿਹੜੀਆਂ ਉਹਨਾਂ ਨੂੰ ਆ ਰਹੀਆਂ ਨੇ, ਅਤੇ ਹੋਰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਆ, ਅਤੇ ਜਿਹੜਾ ਉਹਨਾਂ ਦਾ ਸਮਾਂ ਹੈ ਉੱਥੇ ਜਦੋਂ ਦੇ ਮੇਅਰ ਬਣੇ ਨੇ ਕਿਸ ਤਰ੍ਹਾਂ ਬੀਤ ਰਿਹਾ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਰ ਅਮਰਜੀਤ ਸਿੰਘ ਸੋਹੀ ਹੋਰੀ। ਜੀ ਆਇਆਂ ਨੂੰ। ਅਮਰਜੀਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਵੀਰ, ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਜਰੀਏ ਤੁਹਾਡੇ ਸਾਰੇ ਹੀ ਵਿਊਅਰਸ ਦੇ ਨਾਲ ਗੱਲਬਾਤ ਕਰ ਸਕਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਅਮਰਜੀਤ, ਤੁਹਾਡਾ ਸਮਾਂ ਕੱਢਣ ਲਈ। ਅਮਰਜੀਤ, ਜਿਹੜੇ ਇਹ 4-5 ਮਹੀਨੇ ਲੰਘੇ ਨੇ, ਕਿਵੇਂ ਆ ਹੁਣ ਸਫ਼ਰ? ਪਹਿਲਾਂ ਤਾਂ ਜਰਾ ਥੋੜ੍ਹਾ ਜਿਹਾ ਜਦੋਂ ਨਵੇਂ ਹਜੇ ਸੈਟਲ ਹੋ ਰਿਹਾ ਸੀ ਇਹਦੇ 'ਚ, ਉਦੋਂ ਗੱਲ ਹੋਰ ਸੀ। ਭਾਵਾਂ ਕਿ ਤੁਸੀਂ ਦੇਖੋ ਕੌਂਸਲ ਦੇ ਵਿੱਚ ਬਹੁਤ ਦੇਰ ਰਹੇ ਆ, ਤੁਹਾਨੂੰ ਪਤਾ ਉੱਥੋਂ ਦੇ ਪ੍ਰੋਸੀਜਰਸ ਤੇ ਹੋਰ ਗੱਲਾਂ ਬਾਤਾਂ ਕੀ ਹੁੰਦੀਆਂ। ਹੁਣ ਜਿਹੜੀਆਂ ਪਿਛਲੇ 4-5 ਮਹੀਨਿਆਂ ਦੀਆਂ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਆ ਰਹੀਆਂ? ਇਹ ਦੇਖੋ ਵੀਰ, ਭਾਵੇਂ ਮੈਂ ਕੌਂਸਲ ਦੇ ਵਿੱਚ 8 ਸਾਲ ਰਿਹਾ, ਉਸ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਵੀ ਤੇ ਮਿਨਿਸਟਰ ਵੀ ਰਿਹਾ, ਪਰ ਜਿਹੜੀ ਮੇਅਰ ਦੀ ਰਿਸਪੌਂਸਿਬਿਲਿਟੀ ਆ ਉਹ ਸਾਰੇ ਹੀ ਉਹਨਾਂ ਰੋਲਸ ਦੇ ਨਾਲੋਂ ਵੱਖਰੀ ਹੈਗੀ ਆ। ਭਾਵੇਂ ਉਹ ਰੋਲ ਨੇ ਤੁਹਾਨੂੰ ਸਿੱਖਿਆ ਦਿੰਦੇ ਆ, ਤੁਹਾਡਾ ਤਜਰਬਾ ਹੋ ਜਾਂਦਾ, ਪਰ ਕਿਉਂਕਿ ਮੇਅਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਰੇ ਸ਼ਹਿਰ ਦੇ ਵਿੱਚ ਜੋ ਹੋ ਰਿਹਾ ਉਹਨੂੰ ਧਿਆਨ ਦੇ ਵਿੱਚ ਰੱਖਣਾ, ਤੇ ਨਾਲ ਜਿਹੜੇ ਸਾਡੇ ਹੋਰ 12 ਕੌਂਸਲ ਮੈਂਬਰਸ ਹੈਗੇ ਆ ਉਹ ਵੀ ਇੰਡੀਪੈਂਡੈਂਟ ਨੇ ਜੀ, ਉਹਨਾਂ ਦੇ ਨਾਲ ਆਪਣਾ ਬੜਾ ਸਟਰੋਂਗ ਰਿਲੇਸ਼ਨਸ਼ਿਪ ਬਣਾ ਕੇ ਰੱਖਣਾ, ਤਾਂ ਕਿ ਜਿਹੜੇ ਉਹਨਾਂ ਦੇ ਮਸਲੇ ਨੇ, ਉਹਨਾਂ ਦੀਆਂ ਐਸਪੀਰੇਸ਼ਨਸ ਹੈਗੀਆਂ ਜਾਂ ਜੋ ਉਹ ਕਰਨਾ ਚਾਹੁੰਦੇ ਆ ਉਹਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਸਕੋ। ਤੇ ਨਾਲੇ ਕਿ ਇੱਕ ਸ਼ਹਿਰ ਦੇ ਵਿੱਚ ਹੁਣ ਆਪਾਂ 1 ਮਿਲੀਅਨ ਦੀ ਪਾਪੂਲੇਸ਼ਨ ਹੈਗੀ ਆਪਣੇ ਸ਼ਹਿਰ ਦੀ, ਤੇ ਸ਼ਹਿਰ ਵੱਧ ਰਿਹਾ ਸਾਰੇ ਪਾਸਿਆਂ ਨੂੰ, ਭਾਵੇਂ ਉਹ ਜੀਓਗ੍ਰਾਫਿਕਲੀ ਵੱਧ ਰਿਹਾ, ਪਾਪੂਲੇਸ਼ਨ ਵੀ ਵੱਧ ਰਹੀ ਆ, ਤੇ ਵੱਖਰੇ ਇੰਟਰਸਟ ਹੈਗੇ ਕਮਿਊਨਿਟੀ ਦੇ ਵਿੱਚ। ਉਹਨਾਂ ਨੂੰ ਕਿਵੇਂ ਤੁਸੀਂ ਮੇਲ ਮਿਲਾਪ ਬਣਾਉਣਾ ਉਹਨਾਂ ਦੇ ਵਿੱਚ, ਤਾਂ ਕਿ ਸਾਰੇ ਇਕੱਠੇ ਹੋ ਕੇ ਕੰਮ ਕਰ ਸਕਣ, ਸਾਂਝੇ ਤੌਰ ਤੇ ਆਪਣੇ ਸ਼ਹਿਰ ਦੀ ਤਰੱਕੀ ਵਾਸਤੇ ਅਸੀਂ ਸੋਚ ਸਕੀਏ ਤੇ ਆਪਣੇ ਸ਼ਹਿਰ ਦੀ ਤਰੱਕੀ ਕਰ ਸਕੀਏ। ਸੋ ਇਹ ਇੱਕ ਵੱਖਰਾ ਰੋਲ ਆ ਜੋ ਮੇਅਰ ਤੇ ਮੇਅਰ ਦੇ ਆਫਿਸ ਨੇ ਨਿਭਾਉਣਾ ਹੁੰਦਾ। ਪਰ ਸੋ ਫਾਰ ਬੜਾ ਸੋਹਣਾ ਚੱਲ ਰਿਹਾ। ਸਾਡੇ 13 ਕੌਂਸਲ ਮੈਂਬਰ ਦੇ ਵਿੱਚ, ਜਿਨ੍ਹਾਂ 'ਚ ਮੈਂ ਇੱਕ ਹਾਂ, 8 ਨਵੇਂ ਕੌਂਸਲ ਮੈਂਬਰ ਨੇ, ਤੇ ਮੈਜੋਰਟੀ ਵੂਮਨਸ ਹੈਗੀਆਂ ਆਪਣੇ ਕੌਂਸਲ ਦੇ ਵਿੱਚ, ਯੰਗ ਪੇਰੈਂਟਸ ਹੈਗੇ ਆ ਕੌਂਸਲ ਦੇ ਵਿੱਚ, ਤੇ ਬੜੀ ਇੱਕ ਡਾਇਨਾਮਿਕ ਤੇ ਪ੍ਰੋਗਰੈਸਿਵ ਕੌਂਸਲ ਹੈਗੀ ਆ, ਤੇ ਬੜਾ ਸੋਹਣਾ ਲੱਗ ਰਿਹਾ ਉਹਨਾਂ ਦੇ ਨਾਲ ਕੰਮ ਕਰਕੇ। ਕੰਮ ਵੀ ਵਧੀਆ ਸੋਹਣੇ ਕਰ ਰਹੇ ਆ ਹੁਣ ਤੱਕ ਜੋ ਕੀਤੇ ਨੇ। ਪਰ ਪਹਿਲੇ ਫੋਰ ਐਗਜ਼ਾਮਪਲ ਕਿ ਬਜਟ ਜੋ ਪਾਸ ਕੀਤਾ ਉਹਦੇ ਵਿੱਚ ਇੱਕ ਤਾਂ ਇਨਫਰਾਸਟਰਕਚਰ ਨੂੰ ਬਣਦਾ ਰਵੇ ਸਾਡੇ ਸ਼ਹਿਰ ਦੇ ਵਿੱਚ, ਤੇ ਜੌਬਸ ਕ੍ਰੀਏਟ ਹੁੰਦੀਆਂ ਰਹਿਣ। ਆਲਮੋਸਟ 4000 ਜੌਬਸ ਕ੍ਰੀਏਟ ਹੋਣੀਆਂ ਉਸ ਇਨਵੈਸਟਮੈਂਟ ਦੇ ਨਾਲ, ਤੇ ਨਾਲ ਬਜਟ ਦੀ ਜਿਹੜੀ ਵਧਾਉਣ ਦੀ ਲੋੜ ਹੈ ਉਹਨੂੰ ਵੀ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕੀਤੀ ਆ। ਮੈਨੂੰ ਮਾਣ ਹੈ ਇਸ ਗੱਲ ਦਾ ਕਿ 1.9% ਜੋ ਟੈਕਸ ਇਨਕਰੀਜ਼ ਆਪਣੇ ਸ਼ਹਿਰ ਦੇ ਵਿੱਚ ਹੋਈ ਹੈ, ਆਪਣੇ ਸ਼ਹਿਰ ਦੀਆਂ ਸਾਰੀਆਂ ਮਿਊਨਿਸਪੈਲਿਟੀ ਤੇ ਆਲੇ ਦੁਆਲੇ ਵਾਲੀਆਂ ਮਿਊਨਿਸਪੈਲਿਟੀਜ਼ ਨਾਲੋਂ ਘੱਟ ਆ, ਤੇ ਸਾਰੀਆਂ ਜੋ ਸਾਡੇ ਵੱਡੇ ਸ਼ਹਿਰ ਹੈਗੇ ਕੈਨੇਡਾ ਦੇ ਉਹਨਾਂ ਸਾਰਿਆਂ ਨਾਲੋਂ ਘੱਟ ਆ। ਤੇ ਨਾਲ ਜਿਹੜੀ ਕੁਆਲਿਟੀ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ, ਭਾਵੇਂ ਉਹ ਪਬਲਿਕ ਟਰਾਂਸਿਟ ਹੋਵੇ, ਭਾਵੇਂ ਉਹ ਲਾਇਬ੍ਰੇਰੀਜ਼ ਹੋਣ, ਭਾਵੇਂ ਉਹ ਰੈਕ ਸੈਂਟਰਸ ਹੋਣ, ਭਾਵੇਂ ਉਹ ਪੁਲਿਸ ਸਰਵਿਸ ਹੋਵੇ, ਜਾਂ ਹੋਰ ਜਿੰਨੀਆਂ ਵੀ ਅਮੈਨਿਟੀਜ਼ ਅਸੀਂ ਯੂਜ਼ ਕਰਦੇ ਹਾਂ ਸ਼ਹਿਰ ਦੇ ਵਿੱਚ, ਉਹਨਾਂ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਹੋ ਵੀ ਰਹੀਆਂ ਤੇ ਕੁਝ ਹੋਰ ਕਰਨ ਵਾਲੀਆਂ ਨੇ। ਸੋ ਬੜਾ ਸੋਹਣਾ ਚੱਲ ਰਿਹਾ। ਤੁਸੀਂ ਗੱਲ ਕੀਤੀ ਆ ਵੀ ਜਿਹੜਾ ਟੈਕਸ ਇਨਕਰੀਜ਼ ਆ ਬਾਕੀ ਮਿਊਨਿਸਪੈਲਿਟੀਜ਼ ਦੇ ਮੁਕਾਬਲੇ ਮਤਲਬ ਸਭ ਨਾਲੋਂ ਘੱਟ ਆ, ਪਰ ਤੁਹਾਨੂੰ ਪਤਾ ਜੇ ਇਸ ਤਰ੍ਹਾਂ ਦੀ ਮਾਰ ਐਡਮਿੰਟਨ ਨੂੰ, ਕਿਉਂਕਿ ਜਿਹੜੀਆਂ ਆ ਜਿਹੜਾ ਪੈਂਡੈਮਿਕ ਲੰਘ ਕੇ ਗਿਆ, ਪਹਿਲਾਂ ਤੇਲ ਦੇ ਭਾਅ ਘੱਟ ਸੀਗੇ, ਲੋਕਾਂ ਨੂੰ ਬੜੀਆਂ ਜੋਬਸ 'ਤੇ ਬੜਾ ਫਰਕ ਪਿਆ, ਔਖਾ ਸਮੇਂ 'ਚੋਂ ਲੰਘ ਰਹੇ ਲੋਕ, ਉਹਨਾਂ ਨੂੰ ਲੱਗਦਾ ਵੀ 1.9% ਵੀ ਜਿਹੜਾ ਆ ਜ਼ਿਆਦਾ ਆ। ਪਰ ਕੀ ਸਾਨੂੰ ਮਤਲਬ ਇੱਦਾਂ ਦੇ ਸਮੇਂ ਦੇ ਵਿੱਚ ਉਹਨੂੰ ਵਧਾਉਣ ਦੀ ਲੋੜ ਸੀਗੀ, ਜਾਂ ਉਹ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਇੱਕ ਬੈਲੈਂਸ ਦੇਖਣਾ ਵੀ ਅਗਰ ਤੁਸੀਂ ਟੈਕਸ ਨਹੀਂ ਵਧਾਓਗੇ ਤਾਂ ਫਿਰ ਕਟੌਤੀ ਕਿੱਥੇ ਲਾਓਗੇ ਤੁਸੀਂ। ਤੇ ਇਸ ਵੇਲੇ ਜਿਹੜੀ ਸਾਡੇ ਕੋਲ ਚੋਇਸ ਸੀਗੀ ਉਹ ਇਹ ਸੀ ਕਿ ਕੁਝ ਤਾਂ ਅਸੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੀ ਬੱਚਤ ਕੀਤੀ, ਜਾਂ ਜਿਹੜੀਆਂ ਮੈਨੇਜਮੈਂਟ ਦੀਆਂ ਪੋਜੀਸ਼ਨ ਸੀਗੀਆਂ ਉਹਨਾਂ ਨੂੰ ਘੱਟ ਕੀਤਾ, ਤੇ ਦੂਸਰੇ ਪਾਸੇ ਅਸੀਂ ਸਰਵਿਸ ਦੇ ਵਿੱਚ ਵੀ ਇਨਵੈਸਟ ਕਰ ਰਹੇ ਹਾਂ। ਜਿਵੇਂ ਹੁਣ ਟਰਾਂਜ਼ਿਟ ਦੀ ਕਾਫੀ ਵੱਡੀ ਪ੍ਰੋਬਲਮ ਆ ਰਹੀ ਆ ਲੋਕਾਂ ਨੂੰ,
ਉਹਦੇ ਵਿੱਚ ਹੋਰ ਇਨਵੈਸਟਮੈਂਟ ਹੋ ਰਹੀ ਆ। ਐਵੇਂ ਜਿਹੜੀ ਸਾਡੀ ਜਿਹੜਾ ਇਨਫਰਾਸਟ੍ਰਕਚਰ ਦੀ ਮੈਂ ਗੱਲ ਕੀਤੀ ਹੈ ਕਿ 3 ਵੱਡੇ ਰੈਕ ਸੈਂਟਰ ਬਣਾਉਣ ਵਾਸਤੇ ਪੈਸਾ ਬੋਰੋ ਕਰ ਰਹੇ ਹਾਂ, ਉਹਦੇ ਲਈ ਵੀ ਟੈਕਸ ਵਧਾਉਣ ਦੀ ਥੋੜੀ ਲੋੜ ਹੈਗੀ ਹੈ, ਪੈਣੀ ਹੈ, ਕਿਉਂਕਿ ਉਹ ਇਹ ਪ੍ਰੋਜੈਕਟ ਬਹੁਤ ਜ਼ਰੂਰੀ ਨੇ। ਦੂਸਰਾ ਕਿ ਸਾਡੀ ਜਿਹੜੀ ਫਾਇਰ ਸਰਵਿਸ ਹੈਗੀ ਆ ਉਹਦੇ ਵਾਸਤੇ ਇਨਵੈਸਟਮੈਂਟ ਕਰਨ ਦੀ ਲੋੜ ਹੈਗੀ ਹੈ। ਸੋ ਇਹ ਤੁਸੀਂ ਬੈਲੈਂਸ ਦੇਖਦੇ ਹੋ ਕਿ ਅਗਰ ਤੁਸੀਂ ਇਨਵੈਸਟਮੈਂਟ ਨਹੀਂ ਕਰੋਗੇ ਉਹਨਾਂ ਸਰਵਿਸ ਦੇ ਵਿੱਚ ਤਾਂ ਉਹ ਸਰਵਿਸਿਜ਼ ਫਿਰ ਲੋਕਾਂ ਨੂੰ ਅਵੇਲੇਬਲ ਨਹੀਂ ਰਹਿੰਦੀਆਂ ਅਤੇ ਉਹਨਾਂ ਨੂੰ ਫਿਰ ਉਹਦਾ ਸਮਾਂ ਤਾਂ ਹੋਰ ਘਾਟਾ ਪੈਂਦਾ ਜਦੋਂ ਸਰਵਿਸ ਨਹੀਂ ਅਵੇਲੇਬਲ ਹੁੰਦੀਆਂ। ਇਸ ਕਰਕੇ ਤੁਹਾਨੂੰ ਇਹ ਹਮੇਸ਼ਾ ਸੋਚਣਾ ਪੈਂਦਾ ਕਿ ਅਸੀਂ ਟੈਕਸ ਵਧਾਈਏ ਜਾਂ ਅਸੀਂ ਸਰਵਿਸ ਕੱਟ ਕਰੀਏ ਜਾਂ ਯੂਜ਼ਰ ਫੀਸ ਵਧਾਈਏ ਜਾਂ ਐਫੀਸ਼ੀਐਂਸੀਜ਼ ਕ੍ਰੀਏਟ ਕਰੀਏ। ਐਫੀਸ਼ੀਐਂਸੀ ਆਪਾਂ ਕ੍ਰੀਏਟ ਕਰ ਰਹੇ ਹਾਂ। ਸੋ ਮੈਨੂੰ ਆਸ ਹੈ ਕਿ ਜਿਹੜਾ ਬੈਲੈਂਸ ਅਸੀਂ ਬਣਾ ਰਹੇ ਹਾਂ ਉਹ ਲੋਕਾਂ ਨੂੰ ਠੀਕ ਹੈ। ਹਰ ਤੇ ਕੋਈ ਟੈਕਸ ਪੇ ਕਰਨਾ ਕੋਈ ਵੀ ਪਸੰਦ ਨਹੀਂ ਕਰਦਾ, ਪਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਨੂੰ ਉਹ ਟੈਕਸ ਦੀ ਵੈਲਿਊ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਮੈਂ ਇਹ ਸਮਝਦਾ ਕਿ ਅਗਰ ਅਸੀਂ ਆਪਣੇ ਘਰ ਦੇ ਉੱਪਰ $2500 ਟੈਕਸ ਪੇ ਕਰ ਰਹੇ ਹਾਂ ਸਾਲ ਦਾ, ਇੱਕ ਐਵਰੇਜ ਜਿਹੜਾ ਹਾਊਸ ਹੋਲਡ ਪੇ ਕਰਦਾ ਐਵਰੇਜ ਘਰ ਦੀ ਪ੍ਰਾਈਸ ਦੇ ਅਨੁਸਾਰ, ਉਹਦੇ ਨਾਲ ਜਿਹੜੀਆਂ ਸਾਨੂੰ ਸਰਵਿਸਿਜ਼ ਮਿਲਦੀਆਂ ਨੇ ਉਹਨਾਂ ਦੀ ਵੈਲਿਊ ਹੈ ਅਤੇ ਲੋਕਾਂ ਨੂੰ ਉਹ ਵੈਲਿਊ ਪਸੰਦ ਹੈ। ਠੀਕ। ਪਿੱਛੇ ਜਿਹੇ ਇੱਕ ਖਬਰ ਆ ਰਹੀ ਸੀਗੀ ਕਿ ਆਪਣੇ ਸਿਟੀ ਪੁਲਿਸ ਵਾਲਿਆਂ ਨੇ ਇੱਕ ਪਲੇਨ ਖਰੀਦ ਕੇ ਰੱਖਿਆ ਹੋਇਆ ਔਰ ਬੜਾ ਚਿਰ ਕਹਿੰਦੇ ਲੁਕੋਈ ਰੱਖੀ ਗੱਲ, ਉਹ ਕਿਸੇ ਨੂੰ ਪਤਾ ਨਹੀਂ ਲੱਗਾ, ਅਤੇ ਹੁਣ ਆਪਣੇ ਇੱਕ ਕਾਉਂਸਲਰ ਨੇ ਉਹ ਗੱਲ ਸਾਹਮਣੇ ਲਿਆਂਦੀ। ਉਹ ਕੀ ਕਹਾਣੀ ਹੈ ਜੀ? ਉਹ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਪੁਲਿਸ ਦੇ ਵਿੱਚ ਜੋ ਇਕਵਿਪਮੈਂਟ ਪੁਲਿਸ ਬਾਏ ਕਰਦੀ ਹੈ ਉਹਦੇ ਵਿੱਚ ਕੌਂਸਲ ਦੀ ਦਖਲ ਅੰਦਾਜ਼ੀ ਨਹੀਂ ਹੁੰਦੀ, ਉਹ ਕਮਿਸ਼ਨ ਦੀ ਅਪਰੂਵਲ ਹੁੰਦੀ ਹੈ ਜੋ ਪੁਲਿਸ ਕਮਿਸ਼ਨ ਕੌਂਸਲ ਨੇ ਅਪੁਆਇੰਟ ਕੀਤਾ ਹੋਇਆ। ਸੋ ਜਿਹੜੇ ਇਸ ਪਲੇਨ ਦੀ ਤੁਸੀਂ ਗੱਲ ਕਰ ਰਹੇ ਹੋ ਪਹਿਲੇ 2-3 ਦਹਾਕਿਆਂ ਤੋਂ ਸੈਸਨਾ ਪਲੇਨ ਪੁਲਿਸ ਸਰਵਿਸ ਉਹਨੂੰ ਓਨ ਕਰਦੀ ਆ ਰਹੀ ਸੀ ਅਤੇ ਉਹਨਾਂ ਨੇ ਉਹਨਾਂ ਦੇ ਅਨੁਸਾਰ ਜਿਹੜੀਆਂ ਉਹਨਾਂ ਦੀਆਂ ਆਪਰੇਸ਼ਨਲ ਨੀਡਸ ਹੈਗੀਆਂ, ਇਸ ਕਰਕੇ ਉਹਨਾਂ ਨੇ ਪਬਲਿਕ ਨਹੀਂ ਕੀਤਾ ਕਿਉਂਕਿ ਉਹ ਦੱਸਣਾ ਨਹੀਂ ਚਾਹੁੰਦੇ ਕਿਸੇ ਨੂੰ ਕਿ ਵੀ ਉਹ ਪਲੇਨ ਕਦੋਂ ਯੂਜ਼ ਹੋ ਰਿਹਾ, ਕਿਵੇਂ ਯੂਜ਼ ਹੋ ਰਿਹਾ, ਕਾਹਦੇ ਵਾਸਤੇ ਯੂਜ਼ ਹੋ ਰਿਹਾ। ਪਰ ਟਰਾਂਸਪੇਰੈਂਸੀ ਬਹੁਤ ਜ਼ਰੂਰੀ ਹੈਗੀ ਹੈ ਕਿਉਂਕਿ ਅਗਰ ਟੈਕਸ ਪੇਅਰ ਦਾ ਪੈਸਾ ਅਸੀਂ ਯੂਜ਼ ਕਰਦੇ ਹਾਂ ਉਹਦੇ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਇਨਵੈਸਟਮੈਂਟ ਅਸੀਂ ਕੀਤੀ ਆ, ਕਿ ਇਹਦੇ ਨਾਲ ਅਸੀਂ ਵੱਧ ਸੇਫ ਕਰ ਰਹੇ ਫੀਲ ਕਰ ਰਹੇ ਕਿ ਨਹੀਂ, ਕਿ ਇਹਦੀ ਇਨਵੈਸਟਮੈਂਟ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਜਿਹੜੇ ਡਰੱਗ ਡੀਲਿੰਗਸ ਹੋ ਰਹੀਆਂ ਨੇ ਉਹਨਾਂ ਨੂੰ ਅਸੀਂ ਕੰਟਰੋਲ ਕਰ ਪਾ ਰਹੇ ਕਿ ਨਹੀਂ ਪਾ ਰਹੇ, ਜਾਂ ਜੋ ਗੈਂਗ ਅਗਰ ਕੋਈ ਹੈਗੇ ਆ ਉਹਨਾਂ ਨੂੰ ਅਸੀਂ ਕੰਟਰੋਲ ਕਰ ਰਹੇ ਕਿ ਨਹੀਂ ਪਾ ਰਹੇ, ਜੋ ਜਿਹੜਾ ਸੀਰੀਅਸ ਕ੍ਰਾਈਮ ਹੈ ਉਹਨੂੰ ਅਸੀਂ ਥੱਲੇ ਲਿਆ ਰਹੇ ਕਿ ਨਹੀਂ ਲਿਆ ਰਹੇ। ਤੇ ਕਿਵੇਂ ਲੱਗਾ, ਤੁਸੀਂ ਕੀਤੀ ਇਹਦੀ ਕੋਈ ਛਾਣਬੀਣ ਹੋਈ ਹੈ? ਇਸ ਕਮਿਸ਼ਨ ਦੇ ਵਿੱਚ ਹਲੇ ਗੱਲਬਾਤ ਚੱਲ ਰਹੀ ਹੈ, ਇਹਦੇ ਵਿੱਚ ਕੌਂਸਲ ਦੇ ਵਿੱਚ ਹਲੇ ਗੱਲਬਾਤ ਨਹੀਂ ਆਈ ਕਿਉਂਕਿ ਜਦੋਂ ਬਜਟ ਦੀ ਗੱਲਬਾਤ ਹੋਣੀ ਹੈ ਉਦੋਂ ਫਿਰ ਇਹ ਮਸਲਾ ਸਾਹਮਣੇ ਆਏਗਾ। ਪਰ ਪੁਲਿਸ ਜਿਹੜੀ ਆ ਉਹ ਜਿਵੇਂ ਹੁਣ ਤੁਸੀਂ ਗੱਲ ਦੱਸੀ ਹੈ ਵੀ ਹੈ ਤਾਂ ਦੇਖੋ ਪਬਲਿਕ ਦਾ ਪੈਸਾ, ਲੋਕਾਂ ਦਾ ਪੈਸਾ, ਅਤੇ ਉਹ ਲੋਕਾਂ ਤੋਂ ਹੀ ਲੁਕੋ ਕੇ ਰੱਖੀ ਜਾ ਰਹੀ ਗੱਲ, ਔਰ ਇੰਨੇ ਦਹਾਕੇ ਰੱਖੀ ਗਏ। ਹੈਰਾਨੀ ਤਾਂ ਇਸ ਗੱਲ ਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਅਤੇ ਟਰਾਂਸਪੇਰੈਂਸੀ ਦੀ ਘਾਟ ਹੈ। ਅਤੇ ਇਸ ਬਜਟ ਦੇ ਵਿੱਚ ਜਦੋਂ ਹੁਣ ਡਿਬੇਟ ਹੋਈ ਤਾਂ ਆਪਾਂ ਇਹ ਸਾਰੇ ਸਵਾਲ ਉਹਨੂੰ ਪੁੱਛਾਂਗੇ ਵੀ ਕੀ ਕਾਰਨ ਨੇ। ਕੁਝ ਲੈਜੀਟੀਮੇਟ ਕਾਰਨ ਵੀ ਹੋ ਸਕਦੇ ਆ, ਬਿਲਕੁਲ, ਪਰ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਜੀ, ਕੌਨਫੀਡੈਂਸ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਪੈਸਾ ਹੈਗਾ ਉਹ ਵਧੀਆ ਢੰਗ ਨਾਲ ਯੂਜ਼ ਹੋ ਰਿਹਾ। ਠੀਕ। ਅੱਛਾ, ਇੱਕ ਅਮਰਜੀਤ ਦੀ ਜਿਹੜੀ ਪ੍ਰੋਵਿੰਸ ਤੁਸੀਂ ਗੱਲ ਕੀਤੀ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੀ, ਟਰਾਂਜ਼ਿਟ ਦੀ ਗੱਲ ਕਰ ਰਹੇ ਹਾਂ, ਤੁਸੀਂ ਪਿਛਲੀ ਵਾਰੀ ਦੱਸਿਆ ਸੀਗਾ ਕਿ ਤੁਸੀਂ ਆਪਣੇ ਪ੍ਰੋਵਿੰਸ਼ੀਅਲ ਪ੍ਰੀਮੀਅਰ ਅਤੇ ਮਿਨਿਸਟਰਸ ਨੂੰ ਮਿਲ ਕੇ ਆਏ ਸੀਗੇ ਔਰ ਉਹਨਾਂ ਨੂੰ ਦੱਸਿਆ ਸੀ ਵੀ ਸਾਡੇ ਸ਼ਹਿਰ ਦੀਆਂ ਆਹ ਲੋੜਾਂ ਹੈਗੀਆਂ ਨੇ, ਅਤੇ ਉਹ ਆ ਹੁਣ ਜਦੋਂ ਉਹਨਾਂ ਨੇ ਬਜਟ ਪੇਸ਼ ਕੀਤਾ ਉਹਦੇ ਵਿੱਚ ਇੱਦਾਂ ਲੱਗਦਾ ਜੀ ਵੀ ਸ਼ਹਿਰ ਨੂੰ ਜਿਵੇਂ ਉਹਨਾਂ ਨੋਇੰਗਲੀ ਇਗਨੋਰ ਹੀ ਕਰ ਛੱਡਿਆ। ਵੇਖੋ, ਇਸ ਗੱਲ ਦਾ ਬੜਾ ਦੁੱਖ ਹੈ ਕਿ ਸਾਡੇ ਸ਼ਹਿਰ ਨੂੰ ਸਾਡੀ ਪ੍ਰੋਵਿੰਸ ਉਨੀ ਤਵੱਜੋ ਨਹੀਂ ਦਿੰਦੀ ਜਿੰਨੀ ਦੇਣੀ ਚਾਹੀਦੀ ਹੈ ਜਦੋਂ ਕਿ ਅਸੀਂ ਕੈਪੀਟਲ ਸਿਟੀ ਹਾਂ। ਪਿਛਲੇ ਕਈ ਦਹਾਕਿਆਂ ਤੋਂ ਇੱਕ ਜਿਹੜੀ ਇਨਵੈਸਟਮੈਂਟ ਉਸ ਲੈਵਲ ਦੀ ਨਹੀਂ ਹੋ ਰਹੀ ਜਿਹੜੀ ਬਾਕੀ ਸ਼ਹਿਰਾਂ ਦੇ ਵਿੱਚ ਹੋ ਰਹੀ ਹੈ। ਇਸ ਗੱਲ ਦਾ ਅਹਿਸਾਸ ਮੈਂ ਪ੍ਰੀਮੀਅਰ ਦੇ ਨਾਲ ਮੀਟਿੰਗ ਦੇ ਵਿੱਚ ਕਰਕੇ ਵੀ ਉਹਨਾਂ ਨੂੰ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਫਾਈਨੈਂਸ ਮਿਨਿਸਟਰ ਦੇ ਨਾਲ ਅਤੇ ਹੋਰ ਮਿਨਿਸਟਰ ਦੇ ਨਾਲ। ਅਸੀਂ ਕੁਝ ਮੰਗਾਂ ਰੱਖੀਆਂ ਸੀ ਕਿ ਆਹ ਸਾਡੀਆਂ ਬੜੀਆਂ ਜਾਇਜ਼ ਮੰਗਾਂ ਨੇ, ਇਹ ਸਾਡੀਆਂ ਪੂਰੀਆਂ ਕਰੋ। ਉਹਦੇ ਵਿੱਚ ਸੀ ਅਸੀਂ ਟਰਾਂਜ਼ਿਟ ਨੂੰ ਕਿਵੇਂ ਚਲਾ ਸਕਦੇ ਹਾਂ ਵਧੀਆ ਢੰਗ ਦੇ ਨਾਲ, ਪਬਲਿਕ ਟਰਾਂਜ਼ਿਟ ਨੂੰ, ਕਿਉਂਕਿ ਇਸ ਵੇਲੇ ਪੈਂਡੈਮਿਕ ਦੇ ਵਿੱਚ ਜਿਹੜੀ ਰਾਈਡਰਸ਼ਿਪ ਹੈਗੀ ਟਰਾਂਜ਼ਿਟ ਵੀ ਬਹੁਤ ਘੱਟ ਗਈ ਹੈ ਅਤੇ ਰਾਈਡਰਸ਼ਿਪ ਨੇ ਜੋ ਪੇ ਕਰਨਾ ਹੁੰਦਾ ਉਸਨੂੰ ਚਲਾਉਣ ਵਾਸਤੇ ਉਹ ਪੈਸਾ ਨਹੀਂ ਆ ਰਿਹਾ। ਹੁਣ ਤੱਕ 2 ਸਾਲਾਂ ਦੇ ਵਿੱਚ ਸਿਟੀ ਨੇ ਆਪਣੇ ਕੋਲ ਜਿੰਨੀਆਂ ਸੇਵਿੰਗਸ ਪਈਆਂ ਸੀਗੀਆਂ ਉਹ ਲਾ ਕੇ ਵਰਕਰਸ ਨੂੰ
ਇੰਪਲੋਇਮੈਂਟ ਕੰਮ ਤੇ ਰੱਖਿਆ ਤੇ ਨਾਲ ਇੱਕ ਸਰਵਿਸ ਪ੍ਰੋਵਾਈਡ ਕਰਦੇ ਰਹੇ ਹਾਂ। ਪਰ ਹੁਣ ਖਤਰਾ ਇਹ ਹੈ ਕਿ ਅਗਰ ਪੈਸਾ ਸਾਨੂੰ ਪ੍ਰਾਵਿੰਸ ਵੱਲੋਂ ਤੇ ਫੈਡਰਲ ਗਵਰਨਮੈਂਟ ਵੱਲੋਂ ਨਹੀਂ ਮਿਲਦਾ ਤਾਂ ਸਾਨੂੰ ਸਰਵਿਸ ਦੇ ਕਟੌਤੀ ਕਰਨੀ ਪੈਣੀ ਆ, ਜਿਹਦਾ ਅਸਰ ਸਾਡੀ ਇਕਨੋਮੀ ਤੇ ਹੋਣਾ, ਸਾਡੇ ਲੋਕਾਂ ਤੇ ਹੋਣਾ, ਸਾਡੇ ਵਰਕਰਸ ਤੇ ਹੋਣਾ। ਸੋ ਫੈਡਰਲ ਗਵਰਨਮੈਂਟ ਹੈਲਪ ਕਰਨ ਨੂੰ ਤਿਆਰ ਹੈ। ਉਹਨਾਂ ਨੇ ਆਲਰੇਡੀ ਪੈਸਾ ਐਲੋਕੇਟ ਕੀਤਾ ਆਪਣੇ ਸ਼ਹਿਰ ਨੂੰ, ਪਰ ਉਹ ਪੈਸਾ ਪ੍ਰਾਵਿੰਸ ਨੂੰ ਮੈਚ ਕਰਨਾ ਪੈਣਾ ਤੇ ਪ੍ਰਾਵਿੰਸ ਉਸ ਨੂੰ ਮੈਚ ਕਰਨ ਵਾਸਤੇ ਤਿਆਰ ਨਹੀਂ। ਇੱਕ ਗੱਲ ਮੈਂ ਹੋਰ ਦੱਸਣੀ ਚਾਹਣਾ ਕਿ ਬਹੁਤ ਲੋਕਾਂ ਨੂੰ ਇਸ ਗੱਲ ਦੀ ਨੌਲੇਜ ਨਹੀਂ ਹੈ ਕਿ ਜਿੰਨਾ ਅਸੀਂ ਟੈਕਸ ਪੇ ਕਰਦੇ ਹਾਂ, ਫॉर ਐਗਜ਼ਾਮਪਲ ਕਿ ਅਸੀਂ $1000 ਟੈਕਸ ਪੇ ਕੀਤਾ, ਮੈਂ ਇੱਕ ਨੰਬਰ ਯੂਜ਼ ਕਰ ਰਿਹਾ, ਉਹਦੇ ਵਿੱਚੋਂ ਜਿਹੜੇ 1000 ਦੇ ਵਿੱਚੋਂ ਸਿਰਫ ਤੇ ਸਿਰਫ $80 ਸ਼ਹਿਰ ਕੋਲ ਰਹਿੰਦੇ ਆ। 1000 ਚੋਂ ਸਿਰਫ $80 ਰਹਿੰਦੇ, ਰਾਈਟ। ਤੇ ਬਾਕੀ ਦਾ ਜਿਹੜਾ ਸਾਰਾ ਰੈਵਨਿਊ ਹੈਗਾ ਉਹ ਪ੍ਰਾਵਿੰਸ ਨੂੰ ਜਾਂਦਾ ਤੇ ਫੈਡਰਲ ਗਵਰਨਮੈਂਟ ਨੂੰ ਜਾਂਦਾ, ਰਾਈਟ। ਸੋ ਐਵਰੇਜ ਫੈਮਿਲੀ ਐਡਮਿੰਟਨ ਦੇ ਵਿੱਚ ਤਕਰੀਬਨ $10,000 ਪੇ ਕਰਦੀ ਹੈ। ਤੁਸੀਂ ਕਿਹੜੇ ਟੈਕਸ ਦੀ ਗੱਲ ਕਰਦੇ ਆ? ਜਿਹੜਾ ਟੋਟਲ ਜੋ ਵੀ ਅਸੀਂ ਇਨਕਮ ਟੈਕਸ ਪੇ ਕਰਦੇ ਹਾਂ, ਜੋ ਵੀ ਅਸੀਂ ਕਾਰਪੋਰੇਟ ਟੈਕਸ ਪੇ ਕਰਦੇ ਹਾਂ ਜਾਂ GST ਪੇ ਕਰਦੇ ਹਾਂ, ਪ੍ਰਾਪਰਟੀ ਟੈਕਸ ਪੇ ਕਰਦੇ ਹਾਂ, ਈਵਨ ਪ੍ਰਾਪਰਟੀ ਟੈਕਸ ਜੋ ਅਸੀਂ ਪੇ ਕਰਦੇ ਹਾਂ। ਫॉर ਐਗਜ਼ਾਮਪਲ ਮੈਂ ਪਹਿਲਾਂ 2500 ਦਾ ਨੰਬਰ ਯੂਜ਼ ਕੀਤਾ ਸੀ ਕਿ ਐਵਰੇਜ ਫੈਮਿਲੀ $2500 ਸਿਟੀ ਨੂੰ ਪੇ ਕਰਦੀ ਹੈ, ਰਾਈਟ। ਪਰ ਜਿਹੜਾ ਬਿੱਲ ਹੈ ਸਿਟੀ ਜਿਹੜਾ ਉਹ ਫੈਮਿਲੀ ਨੂੰ ਜਾ ਰਿਹਾ, ਉਹਦੇ ਵਿੱਚ $900 ਹੋਰ ਐਡ ਹੋ ਰਿਹਾ ਪ੍ਰਾਪਰਟੀ ਟੈਕਸ ਦੇ ਵਿੱਚ। ਉਹ ਸਾਡੇ ਕੋਲ ਨਹੀਂ ਆ ਰਿਹਾ, ਸ਼ਹਿਰ ਕੋਲ ਨਹੀਂ ਜਾ ਰਿਹਾ, ਉਹ ਪ੍ਰਾਵਿੰਸ ਨੂੰ ਜਾ ਰਿਹਾ। ਸੋ ਜੇ ਅਸੀਂ ਪ੍ਰਾਪਰਟੀ ਟੈਕਸ ਵੀ ਪੇ ਕਰਦੇ ਹਾਂ, ਉਹਦਾ ਵੀ 1/3 ਜਿਹੜਾ ਹੈਗਾ ਆਲਮੋਸਟ 30% ਉਹ ਪ੍ਰਾਵਿੰਸ ਲੈ ਜਾਂਦੀ ਆ। ਸੋ ਸ਼ਹਿਰ ਕੋਲ ਬੜੇ ਥੋੜੇ ਵਸੀਲੇ ਨੇ ਸਰਵਿਸ ਨੂੰ ਪ੍ਰੋਵਾਈਡ ਕਰਨ ਵਾਸਤੇ। ਤੇ ਜਿਹੜਾ ਕਿ ਸਾਡੇ ਤੇ ਅਸੀਂ ਡਿਪੈਂਡੈਂਟ ਹਾਂ ਪ੍ਰਾਵਿੰਸ ਦੇ ਉੱਪਰ। ਜਦੋਂ ਪ੍ਰਾਵਿੰਸ ਸਾਡੀ ਹੈਲਪ ਨਹੀਂ ਕਰਦੀ ਤਾਂ ਸਾਡੇ ਸ਼ਹਿਰ ਨੂੰ ਜਿਹੜੀ ਤਰੱਕੀ ਉਹ ਰੁਕਦੀ ਹੈ। ਤੇ ਜਿਹੜਾ 30% ਪ੍ਰੋਵਿੰਸ ਲੈ ਕੇ ਜਾਂਦਾ ਇਹ ਸਾਰੇ, ਉਹ ਮਤਲਬ ਕੀ ਪ੍ਰੋਵਾਈਡ ਕਰਦਾ ਜੀ ਲੋਕਾਂ ਨੂੰ? ਫਿਰ ਉਹਦਾ ਦੇਖੋ ਉਹ ਕਹਿੰਦੇ ਤਾਂ ਇਸ ਤਰ੍ਹਾਂ ਹੈਗਾ ਕਿ ਉਹ ਐਜੂਕੇਸ਼ਨ ਵਾਸਤੇ ਜਾਂਦਾ ਆ, ਪਰ ਉਹ ਐਜੂਕੇਸ਼ਨ ਵਾਸਤੇ ਨਹੀਂ ਜਾਂਦਾ, ਉਹ ਪ੍ਰਾਵਿੰਸ ਦੇ ਜਨਰਲ ਰੈਵਨਿਊ ਦੇ ਵਿੱਚ ਚਲਾ ਜਾਂਦਾ। ਉਹ ਜਨਰਲ ਰੈਵਨਿਊ ਦੇ ਵਿੱਚ ਉਹਨਾਂ ਨੇ ਕਿਵੇਂ ਉਹਨੂੰ ਯੂਜ਼ ਕਰਨਾ, ਰਾਈਟ, ਉਹ ਉਹਨਾਂ ਦੀ ਆਪਣਾ ਡਿਸੀਜਨ ਹੈਗਾ। ਸੋ ਈਵਨ ਪ੍ਰਾਪਰਟੀ ਟੈਕਸ ਵੀ 100% ਸ਼ਹਿਰ ਦੇ ਕੋਲ ਨਹੀਂ ਰਹਿੰਦਾ। ਚਲੋ ਉਹੀ ਰਹਿਣਾ ਸ਼ੁਰੂ ਹੋ ਜਾਵੇ, ਫਿਰ ਸਾਨੂੰ ਟੈਕਸ ਰੇਜ਼ ਕਰਨ ਦੀ ਲੋੜ ਨਹੀਂ ਪੈਣੀ ਤੇ ਨਾ ਹੀ ਸਾਨੂੰ ਜਿਹੜੀਆਂ ਸਰਵਿਸ ਦੇ ਕਟੌਤੀ ਕਰਨ ਦੀ ਲੋੜ ਪੈਣੀ ਹੈ, ਤੇ ਅਸੀਂ ਸਭ ਤੋਂ ਹੋਰ ਆਪਣੇ ਸ਼ਹਿਰ ਨੂੰ ਵਧੀਆ ਬਣਾ ਸਕਦੇ ਹਾਂ। ਮਤਲਬ ਸਿਟੀ ਕੋਲ ਹੋਰ ਕੋਈ ਚਾਰਾ ਨਹੀਂ ਹੈ ਕਿਸੇ ਤਰ੍ਹਾਂ ਫੰਡ ਰੇਜ਼ ਕਰਨ ਦਾ, ਸਿਰਫ ਇਹ ਪ੍ਰਾਪਰਟੀ ਟੈਕਸ ਰਾਹੀਂ ਆ? ਸ਼ਹਿਰ ਕੋਲ ਦੋ ਸਾਧਨ ਨੇ ਪੈਸੇ ਰੇਜ਼ ਕਰਨ ਦੇ, ਇੱਕ ਤਾਂ ਪ੍ਰਾਪਰਟੀ ਟੈਕਸਿਸ, ਦੂਜਾ ਜੋ ਯੂਜ਼ਰ ਫੀਸ। ਫॉर ਐਗਜ਼ਾਮਪਲ ਟ੍ਰਾਂਜ਼ਿਟ ਲੈ ਲਓ, ਟ੍ਰਾਂਜ਼ਿਟ ਦੀ ਅੱਧੀ ਕਾਸਟ ਹੈ ਜਿਹੜੀ ਉਹ ਪ੍ਰਾਪਰਟੀ ਟੈਕਸਿਸ ਦੇ ਥਰੂ ਪੇ ਹੁੰਦੀ ਹੈ, ਅੱਧੀ ਕਾਸਟ ਜਿਹੜੇ ਲੋਕੀ ਯੂਜ਼ ਕਰਦੇ ਆ, ਜਿਹੜਾ ਕਿਰਾਇਆ ਦਿੰਦੇ ਆ, ਕਿਰਾਇਆ ਲੈਂਦੇ ਆ। ਇਹ ਰੈਕ ਸੈਂਟਰ ਲੈ ਲਓ, ਜੋ ਤੁਸੀਂ ਰੈਕ ਸੈਂਟਰ ਦੇ ਵਿੱਚ ਜਾਂਦੇ ਹੋ, ਮੈਜੋਰਟੀ ਕਾਸਟ ਟੈਕਸ ਪੇ ਕਰਦੇ ਆ, ਪਰ ਤੁਸੀਂ ਪਾਸ ਆਪਣਾ ਜਿਹੜਾ ਰੈਕ੍ਰੀਏਸ਼ਨ ਸੈਂਟਰ ਦਾ ਪਾਸ ਬਾਏ ਕਰਦੇ ਹੋ ਜਾਂ ਐਡਮਿਸ਼ਨ ਫੀ ਕਰਦੇ ਹੋ, ਉਹ ਜਿਹੜਾ ਤੁਹਾਡਾ ਉਹ ਦੋ ਹੀ ਸਾਧਨ ਨੇ, ਇੱਕ ਯੂਜ਼ਰ ਫੀਸ ਤੇ ਪ੍ਰਾਪਰਟੀ ਟੈਕਸ। ਹੋਰ ਕੋਈ ਸਾਧਨ ਨਹੀਂ ਹੈ ਸ਼ਹਿਰ ਦੇ ਕੋਲ ਪੈਸੇ ਰੇਜ਼ ਕਰਨ ਵਾਸਤੇ। ਇਹ ਜਦੋਂ ਹੁਣ ਮਤਲਬ ਪ੍ਰੋਵਿੰਸ ਨੇ ਇਹ ਗੱਲਬਾਤ ਕੀਤੀ ਹੈ ਜੀ, ਇਹਦੇ 'ਚ ਲੋਕੀ ਕਈ ਤਾਂ ਇੱਦਾਂ ਸੋਚਦੇ ਵੀ ਕਿਉਂਕਿ ਇੱਥੇ ਆਪਣੇ ਸ਼ਹਿਰ ਦੇ ਵਿੱਚੋਂ ਜਿਹੜੀ ਉਹ ਪਾਰਟੀ ਹੈ CP ਜਿਹੜੀ UPC, ਉਹਨਾਂ ਦਾ ਕੋਈ ਬੰਦਾ ਚੁਣ ਨਹੀਂ ਹੁੰਦਾ ਤੇ ਉਸ ਗੱਲ ਲਈ ਕਿਸਮ ਦੀ ਸਜ਼ਾ ਦਿੱਤੀ ਜਾਂਦੀ ਹੈ। ਦੇਖੋ ਇੱਦਾਂ ਨਹੀਂ ਹੋਣਾ ਚਾਹੀਦਾ, ਰਾਈਟ, ਕਿਉਂਕਿ ਹਰ ਇੱਕ ਇਲੈਕਟਡ ਅਫੀਸ਼ੀਅਲਸ ਦੀ ਇਹ ਰਿਸਪਾਂਸਿਬਿਲਿਟੀ ਹੁੰਦੀ ਹੈ ਕਿ ਉਹ ਸਾਰਿਆਂ ਬਾਰੇ ਸੋਚਣ। ਹੁਣ ਮੈਂ ਸ਼ਹਿਰ ਦਾ ਮੇਅਰ ਹਾਂ, ਬਹੁਤ ਲੋਕਾਂ ਨੇ ਮੈਨੂੰ ਵੋਟ ਨਹੀਂ ਪਾਈ ਨਹੀਂ, ਪਰ ਮੇਰਾ ਫਰਜ਼ ਇਹ ਬਣਦਾ ਕਿ ਮੈਂ ਸਾਰਿਆਂ ਬਾਰੇ ਸੋਚਾਂ। ਇਵੇਂ ਪ੍ਰਾਵਿੰਸ ਦਾ ਫਰਜ਼ ਬਣਦਾ ਕਿ ਉਹ ਸਾਰਿਆਂ ਬਾਰੇ ਸੋਚੇ। ਅਗਰ ਸਾਡੇ ਸ਼ਹਿਰ ਦੇ ਵਿੱਚ ਉਹਨਾਂ ਦੇ ਪ੍ਰਤੀਨਿਧ ਨਹੀਂ ਹੈਗੇ ਤਾਂ ਉਹ ਸਾਡੇ ਸ਼ਹਿਰ ਦਾ ਤਾਂ ਕਸੂਰ ਨਹੀਂ ਹੈ ਨਾ, ਸਾਡੇ ਸ਼ਹਿਰ ਨੂੰ ਕਿਉਂ ਪਨਿਸ਼ ਕੀਤਾ ਜਾ ਰਿਹਾ ਉਸ ਬਾਰੇ, ਰਾਈਟ। ਤੇ ਦੂਸਰਾ ਕਿ ਹਰ ਖੇਤਰ ਦੇ ਵਿੱਚ ਹੁਣ ਯੂਨੀਵਰਸਿਟੀ ਆਫ ਅਲਬਰਟਾ ਸਾਡੀ ਟਾਪ ਨਾਚ ਯੂਨੀਵਰਸਿਟੀ ਹੈ, ਉਹਦੇ ਜਿਹੜੇ ਕੱਟ ਲਾਏ ਜਾ ਰਹੇ ਨੇ ਯੂਨੀਵਰਸਿਟੀ ਆਫ ਕੈਲਗਰੀ ਦੇ ਨਾਲੋਂ ਕਿਤੇ ਵੱਧ ਜ਼ਿਆਦਾ ਕੱਟ ਲਾਏ ਜਾ ਰਹੇ ਨੇ। ਇਸ ਬਜਟ ਦੇ ਵਿੱਚ ਐਡਮਿੰਟਨ ਨੂੰ ਜਿਹੜਾ ਨਾਂ ਆਇਆ ਬਜਟ ਦੇ ਵਿੱਚ 24 ਵਾਰ ਆਇਆ, ਕੈਲਗਰੀ ਦਾ ਨਾਂ 80 ਵਾਰ ਆਇਆ। ਜਿਹੜਾ ਸਾਨੂੰ ਇਨਫਰਾਸਟ੍ਰਕਚਰ ਇਨਵੈਸਟਮੈਂਟ ਸਾਡੇ ਸ਼ਹਿਰ ਦੇ ਵਿੱਚ ਹੋ ਰਿਹਾ, ਈਵਨ ਅਸੀਂ ਉਹ ਵੀ ਕਾਊਂਟ ਕਰ ਲਈਏ ਜਿਹੜੀਆਂ ਪਹਿਲੇ ਸਾਲ ਦੇ ਵਿੱਚ ਅਨਾਉਂਸ ਕੀਤੀਆਂ ਗਈਆਂ ਨੇ। ਨਵੀਂ ਇਨਵੈਸਟਮੈਂਟ ਦੀ ਮੈਂ ਗੱਲ ਨਹੀਂ ਕਰਦਾ, ਕੋਈ ਨਵੀਂ ਤਾਂ ਹੋਈ ਹੋ ਨਹੀਂ, ਈਵਨ ਉਹ ਵੀ ਕਾਊਂਟ ਕਰ ਲਈਏ ਤਾਂ ਸਾਡੇ ਸ਼ਹਿਰ ਦੇ ਵਿੱਚ ਕੈਲਗਰੀ ਨਾਲੋਂ
ਇੱਕ ਤਿਹਾਈ ਇਨਵੈਸਟਮੈਂਟ ਹੋ ਰਹੀ ਹੈ। ਸੋ 1/3 ਇਨਵੈਸਟਮੈਂਟ ਹੋ ਰਹੀ ਹੈ। ਜਾਨੀ ਤੁਸੀਂ ਲੱਗੇ ਅਗਰ ਸਾਡੇ ਸ਼ਹਿਰ ਦੇ ਵਿੱਚ $100 ਮਿਲੀਅਨ ਇਨਵੈਸਟ ਹੋ ਰਿਹਾ ਤਾਂ ਕੈਲਗਰੀ ਦੇ ਵਿੱਚ 400 ਮਿਲੀਅਨ ਇਨਵੈਸਟ ਹੋ ਰਿਹਾ, ਰਾਈਟ, ਜਾਂ 300 ਮਿਲੀਅਨ ਇਨਵੈਸਟ ਹੋ ਰਿਹਾ। ਸੋ ਇਹ ਜਿਹੜਾ ਧੱਕਾ ਹੈ ਗਲਤ ਆ, ਰਾਈਟ। ਇਹ ਜਿਹੜਾ ਡਿਸਕ੍ਰਿਮੀਨੇਸ਼ਨ ਜੋ ਸਾਨੂੰ ਫੇਅਰਨੈਸ ਨਹੀਂ ਮਿਲ ਰਹੀ, ਇਹ ਗਲਤ ਹੈ। ਇਹਦੇ ਬਾਰੇ ਆਪਾਂ ਹੁਣ ਹੋਰ ਲੋਕਾਂ ਨੂੰ ਐਜੂਕੇਟ ਕਰਾਂਗੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਇਸ ਗੱਲ ਦਾ ਕਿ ਅਸੀਂ ਐਡਮਿੰਟਨ ਦੇ ਲੋਕੀ ਉਨਾ ਹੀ ਟੈਕਸ ਪੇ ਕਰਦੇ ਆ ਇਸ ਪ੍ਰੋਵਿੰਸ ਨੂੰ ਜਿੰਨਾ ਕੈਲਗਰੀ ਦੇ ਲੋਕੀ ਪੇ ਕਰਦੇ ਆ, ਜਿੰਨਾ ਬਾਕੀ ਅਲਬਰਟਾ ਦੇ ਲੋਕੀ ਪੇ ਕਰਦੇ ਆ, ਪਰ ਜਿੰਨੀ ਸਾਨੂੰ ਸਪੋਰਟ ਮਿਲਣੀ ਚਾਹੀਦੀ ਆ ਉਹ ਨਹੀਂ ਮਿਲਦੀ। ਅੱਛਾ, ਇਹਦੇ 'ਚ ਫਿਰ ਜਿਹੜੇ ਲੋਕ ਆ ਜੀ ਉਹ ਮਤਲਬ ਪ੍ਰੋਵਿੰਸ ਦੇ ਨਾਲ ਕਿਸ ਤਰ੍ਹਾਂ ਦੀ ਕੋਰਸਪੋਂਡੈਂਸ ਕਰਨ? ਵੀ ਭਾਈ ਗੱਲ ਸੁਣੋ, ਪੈਸਾ ਤਾਂ ਟੈਕਸ ਤਾਂ ਅਸੀਂ ਵੀ ਦਿੰਦੇ ਹਾਂ, ਉਹ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ ਦੂਸਰੇ ਦਿੰਦੇ ਆ ਸ਼ਹਿਰ, ਤਾਂ ਫਿਰ ਸਾਡੇ ਸ਼ਹਿਰ ਦੇ ਨਾਲ ਵਿਤਕਰਾ ਕਿਹੜੀ ਗੱਲ ਦਾ ਇਹ? ਅੱਛਾ, ਦੂਸਰੀ ਗੱਲ, ਅੱਗੇ ਵੀ ਜਿਹੜੇ ਆ ਜੀ ਆਪਣੇ ਐਡਮਿੰਟਨ ਸ਼ਹਿਰ ਦੇ ਵਿੱਚੋਂ ਠੀਕ ਆ ਮਤਲਬ ਹੁੰਦੇ ਤਾਂ ਆਮ ਤੌਰ 'ਤੇ ਸਰਕਾਰ ਤਾਂ PC ਦੀ ਰਹੀ ਆ, ਪਰ ਮੈਂਬਰ ਜਿਹੜੇ ਚਾਹੇ ਉਹ ਲਿਬਰਲ ਹੁੰਦੇ ਸੀ ਚਾਹੇ ਉਹ NDP ਦੇ ਹੁੰਦੇ ਰਹੇ ਆ, ਕਦੇ ਇੱਦਾਂ ਦਾ ਪ੍ਰੀਮੀਅਰ ਪਹਿਲਾਂ ਵੀ ਕੋਈ ਟੱਕਰਿਆ ਜੀ ਜਿਹੜਾ ਇੱਦਾਂ ਇਸ ਤਰ੍ਹਾਂ ਹੁੰਦਾ? ਦੇਖੋ, ਇਹ ਮੈਂ ਸਮਝਦਾ ਕਿ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਸਾਡੀ ਸ਼ਹਿਰ ਦੇ ਨਾਲ ਇੱਦਾਂ ਦਾ ਵਿਤਕਰਾ ਹੁੰਦਾ ਰਿਹਾ ਤੇ ਪਰ ਹੋਣਾ ਨਹੀਂ ਚਾਹੀਦਾ। ਸੋ ਆਪਣਾ ਜੋ ਫਰਜ਼ ਹੈ, ਮੇਰਾ ਜੋ ਫਰਜ਼ ਹੈ, ਉਹ ਇਹ ਹੈ ਕਿ ਪੂਰਾ ਡਾਟਾ ਕਲੈਕਟ ਕੀਤਾ ਜਾਵੇ, ਰਾਈਟ। ਉਸ ਡਾਟਾ ਦੇ ਬੇਸ ਤੇ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ, ਉਹਨਾਂ ਸਾਹਮਣੇ ਤੱਥ ਰੱਖੇ ਜਾਣ, ਕਿਉਂਕਿ ਸੁਣੀ ਸੁਣਾਈ ਗੱਲ ਨਹੀਂ ਕਰਨੀ ਚਾਹੀਦੀ, ਨਾ ਹੀ ਸਾਨੂੰ ਇੱਦਾਂ ਦੀ ਕੋਈ ਗੱਲ ਕਰਨੀ ਜਿਹੜੀ ਸੱਚੀ ਨਾ ਹੋਵੇ। ਸੋ ਤੱਥ ਕਲੈਕਟ ਕਰ ਰਹੇ ਹਾਂ, ਸਾਰੇ ਡਾਟਾ ਕਲੈਕਟ ਕਰ ਰਹੇ ਹਾਂ, ਉਹ ਡਾਟਾ ਬੇਸਡ ਲੋਕਾਂ ਦੇ ਨਾਲ ਗੱਲ ਕਰਾਂਗੇ, ਲੋਕਾਂ ਨੂੰ ਦੱਸਾਂਗੇ ਕਿ ਆਹ ਸਾਡੇ ਸ਼ਹਿਰ ਦੇ ਨਾਲ ਜੋ ਵਿਤਕਰਾ ਹੋ ਰਿਹਾ ਇਹਨੂੰ ਹੱਲ ਕਰਨ ਵਾਸਤੇ ਆਪਾਂ ਇਕੱਠੇ ਹੋ ਕੇ ਕੰਮ ਕਰੀਏ, ਪ੍ਰੋਵਿੰਸ ਦੇ ਨਾਲ ਮਿਲ ਕੇ ਕੰਮ ਕਰੀਏ, ਉਹਨਾਂ ਨੂੰ ਅਹਿਸਾਸ ਦਿਵਾਈਏ ਇਸ ਗੱਲ ਦਾ ਕਿ ਅਸੀਂ ਵੀ ਇਸ ਸ਼ਹਿਰ ਦੇ, ਅਸੀਂ ਵੀ ਇਸ ਪ੍ਰੋਵਿੰਸ ਦੇ ਨਾਗਰਿਕ ਹਾਂ, ਅਸੀਂ ਵੀ ਓਨਾ ਹੀ ਟੈਕਸ ਪੇ ਕਰਦੇ ਹਾਂ ਜਿੰਨਾ ਬਾਕੀ ਪੇ ਕਰਦੇ ਨੇ। ਸਾਡੇ ਸ਼ਹਿਰ ਦੇ ਵਿੱਚ ਵੀ ਓਨੀ ਹੀ ਇਨਵੈਸਟ ਹੋਣੀ ਚਾਹੀਦੀ, ਕਿਉਂਕਿ ਜੇ ਇਨਵੈਸਟ ਨਹੀਂ ਹੁੰਦੀ ਤਾਂ ਸਾਡੇ ਸ਼ਹਿਰ ਦੀ ਇਕੋਨਮੀ ਅੱਗੇ ਨਹੀਂ ਵੱਧ ਸਕਦੀ। ਹੁਣ ਪਰ ਤੁਸੀਂ ਉਦਾਹਰਨ ਦੇ ਤੌਰ 'ਤੇ ਲੈ ਲਓ, ਹੁਣ ਸਾਡੇ ਸ਼ਹਿਰ ਦੇ ਵਿੱਚ ਪਹਿਲੇ 2 ਸਾਲਾਂ ਦੇ ਵਿੱਚ ਜਿਹੜੇ ਲੋਕੀ ਜਿਨ੍ਹਾਂ ਕੋਲ ਘਰ ਨਹੀਂ ਆ ਜੀ, ਜਿਹੜੇ ਹਾਊਸਲੈਸ ਹੈਗੇ, ਉਹਨਾਂ ਦੀ ਗਿਣਤੀ ਆਲਮੋਸਟ ਦੁੱਗਣੀ ਹੋ ਗਈ ਪੈਂਡੈਮਿਕ ਦੇ ਦੌਰਾਨ। ਹੁਣ ਜਿਹੜਾ ਹਾਊਸਿੰਗ ਹੈਗਾ, ਸਪੋਰਟਿਵ ਹਾਊਸਿੰਗ, ਅਫੋਰਡੇਬਲ ਹਾਊਸਿੰਗ, ਉਹ ਸਿਟੀ ਦੀ ਜ਼ਿੰਮੇਵਾਰੀ ਨਹੀਂ, ਉਹ ਪ੍ਰੋਵਿੰਸ ਦੀ ਜ਼ਿੰਮੇਵਾਰੀ ਹੈ। ਪ੍ਰੋਵਿੰਸ ਆਪਣੀ ਜ਼ਿੰਮੇਵਾਰੀ ਨਿਭਾ ਨਹੀਂ ਰਹੀ। ਉਹਦਾ ਅਸਰ ਕਿਤੇ ਹੋ ਰਿਹਾ? ਸਾਡੇ ਸ਼ਹਿਰ ਤੇ ਹੋ ਰਿਹਾ, ਸਾਡੇ ਟ੍ਰਾਂਜ਼ਿਟ ਸਿਸਟਮ ਤੇ ਹੋ ਰਿਹਾ, ਉੱਥੇ ਸੇਫਟੀ ਘਟ ਰਹੀ ਹੈ। ਸਾਡੇ ਡਾਊਨਟਾਊਨ ਦੇ ਵਿੱਚ ਹੋ ਰਿਹਾ, ਉੱਥੇ ਸੇਫਟੀ ਘਟ ਰਹੀ ਹੈ, ਉੱਥੇ ਡਿਸਆਰਡਰ ਵੱਧ ਰਿਹਾ। ਸੋ ਪ੍ਰੋਵਿੰਸ ਦੀ ਨੈਗਲੀਜੈਂਸ ਕਰਕੇ ਸਾਡੇ ਸ਼ਹਿਰ ਦੀ ਜਿਹੜੀ ਇਕਨੋਮਿਕ ਹਾਲਤ ਹੈ ਉਹ ਠੀਕ ਨਹੀਂ ਹੋ ਰਹੀ। ਅਗਰ ਡਾਊਨਟਾਊਨ ਦੇ ਵਿੱਚ ਹਾਊਸਲੈਸਨੈਸ ਖਤਮ ਨਹੀਂ ਹੋਊਗੀ, ਓਪੀਐਡ ਦਾ ਕ੍ਰਾਈਸਿਸ ਕਿੰਨਾ ਵੱਡਾ ਕ੍ਰਾਈਸਿਸ ਹੈ। ਓਪੀਐਡ ਦਾ ਕ੍ਰਾਈਸਿਸ ਹੈਲਥ ਕੇਅਰ ਦਾ ਕ੍ਰਾਈਸਿਸ ਹੈ। ਇਹਦੀ ਜ਼ਿੰਮੇਵਾਰੀ ਪ੍ਰੋਵਿੰਸ ਦੀ ਜ਼ਿੰਮੇਵਾਰੀ ਹੈ, ਇਹ ਸ਼ਹਿਰ ਦੀ ਜ਼ਿੰਮੇਵਾਰੀ ਨਹੀਂ ਹੈ। ਪਰ ਮਰ ਕੌਣ ਰਹੇ ਨੇ? ਸਾਡੇ ਸ਼ਹਿਰ ਦੇ ਲੋਕੀ ਮਾਰੇ ਨੇ, ਸੜਕਾਂ ਤੇ ਮਾਰੇ ਨੇ, ਘਰਾਂ ਦੇ ਵਿੱਚ ਮਾਰੇ ਨੇ। ਦਵਾਈਆਂ ਉਹ ਮਿਲਦੀਆਂ ਨੇ ਉਹਨਾਂ ਨੂੰ, ਇੱਦਾਂ ਦੀ ਜ਼ਹਿਰ ਉਹਨਾਂ ਨੂੰ ਮਿਲ ਰਹੀ ਹੈ ਜਿਹਨੂੰ ਰੋਕਣ ਵਾਸਤੇ ਫੈਡਰਲ ਗਵਰਨਮੈਂਟ ਦੀ ਤੇ ਪ੍ਰੋਵਿੰਸ ਦੀ ਸਾਂਝੀ ਜ਼ਿੰਮੇਵਾਰੀ ਹੈਗੀ ਹੈ। ਉਹਨੂੰ ਟ੍ਰੀਟ ਕਰਨ ਵਾਸਤੇ ਉਹਦੀ ਸਾਂਝੀ ਜ਼ਿੰਮੇਵਾਰੀ ਹੈਗੀ ਹੈ, ਉਹ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਅਸਰ ਕਿਤੇ ਹੋ ਰਿਹਾ? ਸਾਡੇ ਲੋਕਾਂ ਤੇ ਹੋ ਰਿਹਾ, ਸਾਡੇ ਡਾਊਨਟਾਊਨ ਤੇ ਹੋ ਰਿਹਾ, ਸਾਡੇ ਘਰਾਂ ਦੇ ਵਿੱਚ ਜਿਹੜੀਆਂ ਮੌਤਾਂ ਹੋ ਰਹੀਆਂ ਨੇ। ਉਹਦਾ ਜਿਹੜਾ ਨੁਕਸਾਨ ਹੈ ਇਕੱਲੇ ਪਰਿਵਾਰਾਂ ਨੂੰ ਤਾਂ ਹੋਣਾ ਹੀ ਹੋਣਾ, ਜਿਨ੍ਹਾਂ ਦਾ ਕੋਈ ਪਿਆਰਾ ਚਲਿਆ ਗਿਆ ਛੱਡ ਕੇ ਉਹਨਾਂ, ਪਰ ਸਾਡੇ ਸ਼ਹਿਰ ਦੀ ਇਕੋਨਮੀ ਨੂੰ ਵੀ ਉਸ ਦਾ ਅਸਰ ਹੁੰਦਾ, ਕਿਉਂਕਿ ਜਦੋਂ ਕੋਈ ਇਨਵੈਸਟਰ ਡਾਊਨਟਾਊਨ ਦੇ ਵਿੱਚ ਆਉਂਦਾ ਉਹਨੂੰ ਲੱਗ ਰਿਹਾ ਕਿ ਡਾਊਨਟਾਊਨ ਤਾਂ ਸਾਡਾ ਸਹੀ ਨਹੀਂ ਹੈ, ਤਾਂ ਸਾਡੇ ਸ਼ਹਿਰ ਦੇ ਵਿੱਚ ਇਨਵੈਸਟ ਕਿਉਂ ਕਰੇਗਾ, ਰਾਈਟ। ਸੋ ਇਹ ਚੈਲੰਜ ਨੇ ਜੇ ਅਸੀਂ ਪ੍ਰੋਵਿੰਸ ਦੇ ਨਾਲ ਉਹਨਾਂ ਨੂੰ ਕਨਵਿੰਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਹੀਂ, ਸਾਡੇ ਵੱਲ ਧਿਆਨ ਦਿਓ। ਇਹ ਆਪਣੇ ਸ਼ਹਿਰ ਦੇ ਵਿੱਚ ਇਹ ਸਪੋਰਟਿੰਗ ਹਾਊਸਿੰਗ ਲਈ ਤੁਸੀਂ ਕਈ ਪ੍ਰੋਜੈਕਟ ਆਰੰਭੇ ਹੋਏ ਸੀਗੇ, ਉਹਨਾਂ ਫਿਰ ਪ੍ਰੋਜੈਕਟਸ ਦਾ ਹੁਣ ਕੀ ਬਣੇਗਾ ਜੀ ਜੇ ਪ੍ਰੋਵਿੰਸ ਨੂੰ ਕੋਈ ਪੈਸਾ ਨਹੀਂ ਆਉਂਦਾ ਤਾਂ? ਸੋ 2 ਤਰੀਕੇ ਆ, ਇੱਕ ਤੇ ਕਿ ਫੈਡਰਲ ਗਵਰਨਮੈਂਟ ਪੈਸਾ ਦੇ ਰਹੀ ਹੈ। ਅੱਛਾ, ਫੈਡਰਲ ਗਵਰਨਮੈਂਟ ਨੇ ਆਲਮੋਸਟ ਇਸ ਸਾਲ ਦੇ ਵਿੱਚ ਤਕਰੀਬਨ $30 ਮਿਲੀਅਨ ਦੇ ਕਰੀਬ ਇਨਵੈਸਟ ਕੀਤਾ ਸ਼ਹਿਰ ਦੇ ਵਿੱਚ ਸਪੋਰਟਿਵ ਹਾਊਸਿੰਗ ਬਣਾਉਣ ਵਾਸਤੇ। ਸੋ ਜਿਹੜੇ ਯੂਨਿਟ ਨੇ ਉਹ ਆਲਮੋਸਟ 500 ਐਕਸਟਰਾ ਯੂਨਿਟ ਇਸ ਸਾਲ ਦੇ ਵਿੱਚ ਬਣਨੇ ਨੇ, ਅੱਛਾ, ਜਿਹੜੇ ਆਪਰੇਸ਼ਨ ਦੇ ਵਿੱਚ ਆ ਜਾਣੇ ਨੇ। ਪਰ ਚੈਲੰਜ ਇਹ ਹੈ ਕਿ ਇਕੱਲੇ ਉਹ ਬਣਾਉਣ ਦੇ ਨਾਲ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਜਿਹੜੇ ਲੋਕੀ ਜਿਹਨਾਂ ਨੂੰ ਲੋੜ ਆ, ਜਿਹੜਾ ਕੋਈ ਵਿਅਕਤੀ ਬੇਘਰਾ ਹੈਗਾ ਉਹ ਚੋਇਸ ਦੇ ਨਾਲ ਬੇਘਰਾ ਨਹੀਂ ਹੈ, ਰਾਈਟ।
ਉਹਦੇ ਮੈਂਟਲ ਹੈਲਥ ਦੀਆਂ ਪ੍ਰੋਬਲਮਸ ਹੈਗੀਆਂ, ਉਹਨਾਂ ਦੇ ਫਿਜ਼ੀਕਲ ਏਲਮੈਂਟ ਹੈਗੀ ਆ, ਉਹਨਾਂ ਦੀ ਐਡਿਕਸ਼ਨ ਦੀ ਪ੍ਰੋਬਲਮ ਹੈਗੀ ਆ, ਉਹਨਾਂ ਦੀ ਜਿਹੜਾ ਹਿਸਟੋਰੀਕਲ ਟਰਾਮਾ ਉਹਨਾਂ ਦੇ ਨਾਲ ਹੋਇਆ, ਜੋ ਧੱਕਾ ਉਹਨਾਂ ਦੇ ਨਾਲ ਹੋਇਆ, ਉਹ ਚੱਲਿਆ ਆ ਰਿਹਾ ਜਨਰੇਸ਼ਨ ਟੂ ਜਨਰੇਸ਼ਨ। ਸੋ ਉਹਨਾਂ ਨੂੰ ਠੀਕ ਕਰਨ ਵਾਸਤੇ ਉਹਨਾਂ ਦੀ ਮੈਂਟਲ ਹੈਲਥ, ਫਿਜ਼ੀਕਲ ਹੈਲਥ ਅਤੇ ਇਮੋਸ਼ਨਲ ਸਟੇਟ ਜਿਹੜੀ ਹੈਗੀ ਆ, ਐਡਿਕਸ਼ਨ ਦੀ ਸਟੇਟ ਹੈਗੀ ਆ, ਉਹਨੂੰ ਹੱਲ ਕਰਨ ਵਾਸਤੇ ਉੱਥੇ ਸਰਵਿਸਿਜ਼ ਦੀ ਲੋੜ ਹੁੰਦੀ ਆ। ਉਹ ਸਰਵਿਸਿਜ਼ ਕਿਵੇਂ ਪ੍ਰੋਵਾਈਡ ਕਰਨੇ, ਇਹ ਵੱਡਾ ਚੈਲੰਜ ਹੁਣ ਸਾਡੇ ਸਾਹਮਣੇ ਆ ਰਿਹਾ। ਭਾਵੇਂ ਉਹ ਘਰ ਬਣ ਵੀ ਜਾਣਗੇ, ਉੱਥੇ ਸਰਵਿਸਿਜ਼ ਨਹੀਂ ਪ੍ਰੋਵਾਈਡ ਕੀਤੀਆਂ ਤਾਂ ਇਕੱਲੇ ਕਿਸੇ ਨੂੰ ਘਰ ਦੇਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਉਹਨੂੰ ਹੈਲਥ ਸਰਵਿਸਿਜ਼ ਚਾਹੀਦੇ ਨੇ ਪੂਰੀ ਤਰ੍ਹਾਂ ਹੀਲ ਹੋਣ ਵਾਸਤੇ। ਉਹ ਮੈਂ ਦੇਖ ਰਿਹਾ ਸੀਗਾ, ਇੱਕ ਰਿਪੋਰਟ ਪੜ੍ਹ ਰਿਹਾ ਸੀ ਜਿਹਦੇ ਵਿੱਚ ਜਿਹੜੀਆਂ ਕੁਝ ਏਜੰਸੀਜ਼ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਖਾਲੀ ਤਾਂ ਛੱਡ ਨਹੀਂ ਸਕਦੇ, ਕਿਉਂਕਿ ਉਹ ਡਿਜ਼ਾਈਨ ਉਸ ਤਰ੍ਹਾਂ ਦੇ ਨਾਲ ਕੀਤੇ ਗਈਆਂ ਬਿਲਡਿੰਗਸ ਹੈਗੀਆਂ ਨੇ ਵੀ ਉਹ ਜ਼ਰੂਰ ਰੈਂਟ ਕਰਨੀਆਂ ਨੇ, ਅਤੇ ਉਹ ਕਹਿੰਦੇ ਵੀ ਅਸੀਂ ਇਹਨੂੰ ਮਤਲਬ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਕੰਪਲੀਟ ਕਰਨ ਦੀ। ਨਹੀਂ, ਉਹ ਤਾਂ ਹੁਣ ਕਰਨਾ ਪੈਣਾ ਰਾਈਟ। ਅਗਰ ਪ੍ਰੋਵਿੰਸ ਨਹੀਂ ਕਰੂਗੀ ਤਾਂ ਸਾਡੇ ਸ਼ਹਿਰ ਨੂੰ ਕਰਨਾ ਪੈਣਾ, ਅਤੇ ਫਿਰ ਭਾਰ ਕਿਤੇ ਪੈਂਦਾ, ਉਹੀ ਗੱਲ ਹੈ ਸ਼ਹਿਰ ਦੇ ਲੋਕਾਂ ਤੇ ਪ੍ਰੋਪਰਟੀ ਟੈਕਸਿਸ ਰਾਈਟ। ਅਤੇ ਜਦੋਂ ਕਿ ਪ੍ਰੋਪਰਟੀ ਟੈਕਸਿਸ ਦਾ ਮਕਸਦ ਹੈਲਥ ਕੇਅਰ ਪ੍ਰੋਵਾਈਡ ਕਰਨਾ ਨਹੀਂ ਹੈ, ਪ੍ਰੋਪਰਟੀ ਟੈਕਸ ਦਾ ਮਤਲਬ ਜਿਹੜੀ ਬੇਸਿਕ ਸਰਵਿਸਿਜ਼ ਪ੍ਰੋਵਾਈਡ ਕਰਨਾ। ਪਰ ਜੇ ਸਾਡੀ ਪ੍ਰੋਵਿੰਸ਼ੀਅਲ ਗਵਰਨਮੈਂਟ ਸਾਡਾ ਸਾਥ ਨਹੀਂ ਦੇ ਰਹੀ ਤਾਂ ਅਸੀਂ ਕੀ ਕਰੀਏ ਫਿਰ? ਉਹਨਾਂ ਲੋਕਾਂ ਨੂੰ ਹੈਲਪ ਸਾਡੇ ਸ਼ਹਿਰ ਦੇ ਵਸਦੇ ਨੇ ਰਾਈਟ, ਸਾਡੇ ਸ਼ਹਿਰ ਦਾ ਇੱਕ ਨਿਖੜਵਾਂ ਅੰਗ ਨੇ, ਦੁੱਖ ਦੇ ਵਿੱਚ ਲੰਘ ਰਹੇ ਨੇ, ਉਹਨਾਂ ਦੀ ਹੈਲਪ ਕਰਨਾ ਸਾਡਾ ਫਰਜ਼ ਬਣਦਾ ਹੈ, ਸਾਡੀ ਜ਼ਿੰਮੇਵਾਰੀ। ਨਾਲ ਇਹ ਵੀ ਗੱਲ ਹੈ ਕਿ ਅਗਰ ਉਹਨਾਂ ਦੀ ਹੈਲਪ ਨਹੀਂ ਕਰਦੇ ਤਾਂ ਸਾਡੇ ਸ਼ਹਿਰ ਦੀ ਇਕੋਨਮੀ ਨੂੰ ਨੁਕਸਾਨ ਹੁੰਦਾ। ਪਰ ਇਹ ਤੱਥ ਸਾਬਤ ਕਰਦੇ ਨੇ, ਰਿਸਰਚ ਸਾਬਤ ਕਰਦੀ ਹੈ ਕਿ ਇੱਕ ਵਿਅਕਤੀ ਜਿਹੜਾ ਬੇਘਰਾ ਹੈਗਾ, ਉਹ ਬੇਘਰਾ ਵੱਧ ਕਾਸਟ ਕਰ ਰਿਹਾ ਟੈਕਸ ਪੇਅਰ ਨੂੰ, ਕਿਉਂਕਿ ਉਹਨੇ ਪੁਲਿਸ ਦੇ ਨਾਲ ਇੰਟਰੈਕਟ ਕਰਨਾ, ਉਹਨੇ ਜਸਟਿਸ ਸਿਸਟਮ ਦੇ ਨਾਲ ਇੰਟਰੈਕਟ ਕਰਨਾ, ਉਹਨੇ ਹੈਲਥ ਕੇਅਰ ਦੇ ਨਾਲ ਇੰਟਰੈਕਟ ਕਰਨਾ। ਸੋ ਇੱਕ ਵਿਅਕਤੀ ਨੂੰ ਸੜਕ 'ਤੇ ਰਹਿਣ ਦੀ ਜਿਹੜੀ ਰੱਖਣ ਦੀ ਕਾਸਟ ਹੈਗੀ ਆ, ਉਹ ਜ਼ਿਆਦਾ, ਉਹ $1,30,000 ਹੈਗੀ ਆ ਇੱਕ ਪਰਸਨ ਦੀ। ਅਗਰ ਉਸੇ ਵਿਅਕਤੀ ਨੂੰ ਤੁਸੀਂ ਇੱਕ ਸੇਫ ਥਾਂ ਦਿੰਦੇ ਹੋ ਰਹਿਣ ਵਾਸਤੇ, ਅਤੇ ਨਾਲ ਉਹਨੂੰ ਸਰਵਿਸਿਜ਼ ਦਿੰਦੇ ਹੋ ਹੈਲਥ ਕੇਅਰ ਦੀਆਂ ਤਾਂ ਕਿ ਉਹ ਠੀਕ ਹੋ ਸਕੇ, ਉਹਦੀ ਰਿਕਵਰੀ ਹੋ ਸਕੇ, ਉਹਦੀ ਕਾਸਟ ਹੈਗੀ $70,000। ਸੋ ਡਬਲ ਕਾਸਟ ਹੈਗੀ ਆ ਸਿਚੁਏਸ਼ਨ ਨੂੰ ਐਜ਼ ਇਟ ਇਜ਼ ਰੱਖਣ ਵਾਸਤੇ। ਸੋ ਟੈਕਸ ਪੇਅਰ ਦੇ ਪੁਆਇੰਟ ਆਫ ਵਿਊ ਤੋਂ ਵੀ ਇਹ ਇਨਵੈਸਟਮੈਂਟ ਹੋਣੀ ਚਾਹੀਦੀ ਹੈ। ਅੱਛਾ, ਇੱਕ ਅਮਰਜੀਤ ਜੀ, ਆਪਣੇ ਤੁਹਾਨੂੰ ਪਤਾ ਸਨੋ ਹੁਣ ਫੇਰ ਪੈ ਗਈ ਆ, ਅਤੇ ਉਹ ਸਨੋ ਕਰਕੇ ਜਿਹੜੇ ਨਵੇਂ ਏਰੀਆ ਉੱਥੇ ਜਿਹੜੇ ਲੋਕ ਰਹਿੰਦੇ ਜੀ, ਉਹ ਤਾਂ ਬੜੇ ਤਰਾਹ ਕਰਨ ਡਿਆ, ਕਿਉਂਕਿ ਘਰਾਂ 'ਚੋਂ ਬਾਹਰ ਨਿਕਲਣ ਨੂੰ ਥਾਂ ਨਹੀਂ ਹੈ, ਸੜਕਾਂ 'ਤੇ ਬੜਾ ਡੇਂਜਰਸ ਜੀ ਸਿਚੁਏਸ਼ਨ ਬਣੀ ਆ, ਕਿਉਂਕਿ ਉਹ ਜਦੋਂ ਸੱਜੇ ਖੱਬੇ ਕਿਸੇ ਸੜਕ 'ਚ ਐਂਟਰ ਕਰਨਾ ਹੁੰਦਾ ਤਾਂ ਜੀ ਉੱਥੇ ਢੇਰ ਲੱਗੇ ਆ ਸਨੋ ਦੇ। ਇਹ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ। ਇਸ ਵਾਰ ਮੈਂ ਸਮਝਦਾ ਕਿ ਜੋ ਸ਼ਹਿਰ ਨੇ ਵੱਡੀ ਗਲਤੀ ਕੀਤੀ ਹੈ ਉਹ ਇਹ ਹੈ ਕਿ ਜਿਹੜੀ ਪਾਲਿਸੀ ਦੇ ਵਿੱਚ ਕੰਸਿਸਟੈਂਸੀ ਨਹੀਂ ਰੱਖੀ। ਪਹਿਲਾਂ ਹੁੰਦਾ ਸੀ ਕਿ ਸ਼ਹਿਰ ਦੀ ਜਿਹੜੀਆਂ ਸਾਡੇ ਘਰਾਂ ਵਾਲੀਆਂ ਸੜਕਾਂ ਨੇ, ਉਹਦੇ ਵਿੱਚ ਅਸੀਂ ਕਦੇ ਵੀ ਪੂਰੀ ਥੱਲੇ ਤੱਕ ਸਨੋ ਨਹੀਂ ਸੀ ਹਟਾਉਂਦੇ, ਉਹਨੂੰ ਉੱਪਰੋਂ ਸਕਰੇਪ ਕਰ ਦਿੰਦੇ ਸੀ। 5 ਸੈਂਟੀਮੀਟਰ ਜਿਹੜਾ ਪੈਕ ਰੱਖਦੇ ਸੀ, ਉਹਨਾਂ ਵਿੰਡਰੋਜ਼ ਨਹੀਂ ਸੀ ਹੁੰਦੀਆਂ, ਅਗਰ ਹੁੰਦੀਆਂ ਸੀ ਬੜੀਆਂ ਥੋੜੀਆਂ ਹੁੰਦੀਆਂ ਸੀਗੀਆਂ, ਤੁਸੀਂ ਆਪ ਵੀ ਉਹਨੂੰ ਹਟਾ ਕੇ ਪਾਸੇ ਕਰ ਸਕਦੇ ਸੀ। ਹੁਣ ਕੀ ਹੋਇਆ ਕਿ ਇੱਕ ਤੇ ਕਈ ਗੱਲਾਂ ਹੋਈਆਂ, ਕਿਤੇ ਕਿ ਇੰਨੀ ਸਨੋ ਪਹਿਲੇ 25 ਸਾਲਾਂ 'ਚ ਨਹੀਂ ਪਈ ਜਿੰਨੀ ਐਤਕੀ ਪਈ, ਰਿਕਾਰਡ ਟੁੱਟੇ। ਹਾਂਜੀ। ਤੇ ਦੂਸਰਾ ਇਹ ਹੋਇਆ ਕਿ ਜਦੋਂ ਅਰਲੀ ਦਸੰਬਰ ਦੇ ਵਿੱਚ ਜਦੋਂ ਸਨੋ ਪਈ ਤੇ ਨਾਲ ਠੰਡ ਵੱਧ ਗਈ, ਫਿਰ ਠੰਡ ਘੱਟ ਕੇ ਮੀਂਹ ਪੈ ਗਿਆ, ਫਿਰ ਮੀਂਹ ਫਰੀਜ਼ ਹੋ ਗਿਆ, ਫਿਰ ਠੰਡ ਵੱਧ ਗਈ। ਵੇਰੀਏਸ਼ਨਸ ਬਹੁਤ ਹੋਈਆਂ, ਟੈਂਪਰੇਚਰ ਦੀ ਵੇਰੀਏਸ਼ਨ ਹੈਗੀ ਉਹ ਇੰਨੀ ਜ਼ਿਆਦਾ ਹੋਈ ਹੈ। ਉਹਦਾ ਕਾਰਨ ਹੈ ਕਿ ਸਾਡੇ ਵਾਤਾਵਰਨ ਦੇ ਵਿੱਚ ਤਬਦੀਲੀ ਆ ਰਹੀ ਹੈ, ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਨਾ, ਉਹ ਕਲਾਈਮੇਟ ਚੇਂਜ ਹੋਣ ਦੇ ਕਾਰਨ ਇਹ ਸਾਡੇ ਜਿਹੜੀਆਂ ਦਿੱਕਤਾਂ ਵੱਧ ਰਹੀਆਂ ਨੇ। ਸੋ ਆਪਾਂ ਹੁਣ ਕੀ ਕਰ ਰਹੇ ਕਿ ਅਪ੍ਰੈਲ ਦੇ ਵਿੱਚ ਸਿਟੀ ਕੌਂਸਲ ਦੇ ਅੱਗੇ ਐਡਮਿਨਿਸਟ੍ਰੇਸ਼ਨ ਨੇ ਰਿਪੋਰਟ ਲੈ ਕੇ ਆਉਣੀ ਆ। ਉਹਦੇ ਵਿੱਚ ਹੁਣ ਕਈ ਗੱਲਾਂ ਧਿਆਨ 'ਚ ਰੱਖਣੀਆਂ ਪੈਣੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਸ਼ਹਿਰ ਫਿਜ਼ੀਕਲੀ ਵੱਧ ਰਿਹਾ, ਪਰ ਸਾਡਾ ਬਜਟ ਨਹੀਂ ਵਧਿਆ। ਸਨੋ ਦਾ ਬਜਟ ਉਹ ਨਹੀਂ ਹੈ ਜਿੰਨਾ 10 ਸਾਲ ਪਹਿਲਾਂ ਸੀਗਾ। ਨਹੀਂ, ਪਰ ਜਿਹੜੇ ਸ਼ਹਿਰ ਦੀ ਉਹਦਾ ਕਿੰਨੀ ਗਰੋਥ ਹੋ ਗਈ ਹੈ, ਪਾਪੂਲੇਸ਼ਨ ਵੱਧ ਗਈ ਹੈ, ਰਾਈਟ। ਸੋ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਇੰਪਰੂਵਮੈਂਟ ਕਰਨ ਦੀ ਲੋੜ ਹੈਗੀ। ਨਹੀਂ, ਜਿਹੜੇ ਨਵੇਂ ਏਰੀਏ ਆ ਜਿੱਥੇ ਨਵੇਂ ਘਰ ਬਣੇ ਆ, ਉੱਥੋਂ ਮਤਲਬ ਵਧਿਆ ਨਹੀਂ ਜੀ ਟੈਕਸ ਦੀ ਜਿਹੜੀ ਇਹ ਕੀ ਕਹਿੰਦੇ ਹੁੰਦੇ ਰੈਵਨਿਊ ਨਹੀਂ ਆ ਰਿਹਾ ਵਧਿਆ। ਦੇਖੋ, ਜਿਹੜਾ ਰੈਵਨਿਊ ਆਉਂਦਾ ਸ਼ਹਿਰ ਨੂੰ, ਉਸ ਏਰੀਏ ਦੇ ਵਿੱਚ ਸਰਵਿਸਿਜ਼ ਵੀ ਪ੍ਰੋਵਾਈਡ ਕਰਨੀਆਂ ਨੇ,
ਪਰ ਜਿਹੜਾ ਬਜਟ ਦੀ ਐਲੋਕੇਸ਼ਨ ਹੈਗੀ ਆ ਉਹ ਹਰ ਸਾਲ ਸਿਟੀ ਐਲੋਕੇਟ ਕਰਦੀ ਆ। ਪਹਿਲੇ 10 ਸਾਲਾਂ ਦੇ ਵਿੱਚ ਜਿਹੜਾ ਸਨੋ ਦਾ ਬਜਟ ਹੈ ਉਹਦੇ ਵਿੱਚ ਵਾਧਾ ਨਹੀਂ ਹੋਇਆ। ਉਹੀ $60 ਮਿਲੀਅਨ ਅੱਜ ਤੋਂ 10 ਸਾਲ ਪਹਿਲਾਂ ਸੀਗਾ, ਉਹੀ $60 ਮਿਲੀਅਨ ਹੋਣੇ ਆ, ਜਦੋਂ ਕਿ ਜਿਹੜਾ ਸਾਡਾ ਸ਼ਹਿਰ ਉਹ ਵੱਧ ਗਿਆ। ਉਹਦੇ ਵਿੱਚ ਵਾਧਾ ਕਰਨ ਦੀ ਲੋੜ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਜਨਾਬ, ਤੁਸੀਂ ਸਾਰੀ ਗੱਲਬਾਤ ਦੱਸੀ ਆ। ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਦੇਖਦੇ ਜੀ ਗਾਹਾਂ। ਹੁਣ ਚਲੋ ਆਸ ਕਰਦੇ ਵੀ ਇਹ ਆਖਰੀ ਸਨੋ ਹੋਊਗੀ ਜਿਹੜੀ ਲੋਕਾਂ ਨੇ ਤਾਂ ਬਹੁਤ ਤੰਗ ਹੋਏ ਆ ਲੋਕ। ਨਹੀਂ ਤਾਂ ਕਿ ਦੇਖੋ ਅਸੀਂ ਵੀ ਇਸੇ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਜੀ, ਆਪਾਂ ਸਾਰੇ ਉਹਨਾਂ ਹੀ ਸੜਕਾਂ ਤੇ ਡਰਾਈਵ ਕਰਦੇ ਹਾਂ। ਇਸ ਕਰਕੇ ਇਹ ਨਹੀਂ ਕਿ ਆਪਾਂ ਨੂੰ ਅਹਿਸਾਸ ਨਹੀਂ ਹੈ ਦਿੱਕਤਾਂ ਆ ਰਹੀਆਂ ਨੇ, ਸਾਰਿਆਂ ਨੂੰ ਦਿੱਕਤਾਂ ਆ ਰਹੀਆਂ ਨੇ, ਤੇ ਅਸੀਂ ਇਹਨਾਂ ਦਿੱਕਤਾਂ ਨੂੰ ਹੱਲ ਕਰਨ ਵਾਸਤੇ ਉਪਰਾਲੇ ਕਰ ਰਹੇ ਹਾਂ। ਪਰ ਇਹ ਹੈ ਵੀ ਇਹਦੇ ਵਿੱਚ ਥੋੜ੍ਹਾ ਟਾਈਮ ਲੱਗੇਗਾ, ਕਿਉਂਕਿ ਜਿਹੜੀਆਂ ਖਾਮੀਆਂ ਪਹਿਲਾਂ ਦੂਰ ਨਹੀਂ ਹੋਈਆਂ ਇੰਨੇ ਸਾਲਾਂ ਤੋਂ, ਉਹ ਹੁਣ ਖਾਮੀਆਂ ਦੂਰ ਕਰਨ ਦੀ ਲੋੜ ਹੈਗੀ ਹੈ, ਅਤੇ ਕੰਸਿਸਟੈਂਸੀ ਪਾਲਿਸੀ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਅਮਰਜੀਤ ਤੁਹਾਡਾ, ਥੈਂਕ ਯੂ ਵੈਰੀ ਮੱਚ। ਸੋ ਦੋਸਤੋ, ਅਗਲੇ ਹਫਤੇ ਫਿਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ। ਅੱਜ ਲਈ ਇੰਨਾ ਹੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Alberta Weekly sponsored by Lexus South Point and Wild Rose Garments and Silk Screening, Edmonton. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।